ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਅਗਰ ਅਸੀਂ ਵਿਚਾਰਪੂਰਵਕ ਕਰੀਏ ਅਤੇ ਗੁਰਬਾਣੀ ਦੀ ਸਾਖੀਆਂ ਨੂੰ ਪੜ੍ਹੀਏ ਤਾਂ ਸਾਨੂੰ ਬੜੀ ਆਰਾਮ ਨਾਲ ਇਹ ਗੱਲ ਸਮਝ ਆ ਜਾਂਦੀ ਹੈ ਕਿ ਸਾਡੀ ਧਰਤੀ ਜਿਹੜੀ ਹੈ ਉਹ ਸਟੇਸ਼ਨਰੀ ਔਰ ਨਾਨ ਰੋਟੇਟਿੰਗ ਹੈ। ਯਾਨੀ ਕਿ ਜਿਸ ਤਰ੍ਹਾਂ ਸਾਇੰਸ ਵਾਲੇ ਆਈ ਮੀਨ ਟੂ ਸੇ ਫਰਜ਼ੀ ਸਾਇੰਸ ਵਾਲੇ ਦੱਸਦੇ ਨੇ ਕਿ ਸਾਡੀ ਧਰਤੀ ਸੂਰਜ ਦੇ ਚੱਕਰ ਲਗਾਉਂਦੀ ਹੈ, ਇਹ ਬਿਲਕੁਲ ਹੀ ਗਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਰਘ ਵਿਚਾਰ ਨਾਲ ਪਤਾ ਲੱਗਦਾ ਹੈ ਕਿ ਧਰਤੀ ਤਾਂ ਸਟੇਸ਼ਨਰੀ ਹੈ, ਬਲਕਿ ਸੂਰਜ ਔਰ ਚੰਦਰਮਾ ਚੱਕਰ ਲਗਾਉਂਦੇ ਨੇ ਧਰਤੀ ਦੇ ਓਵਰ ਐਂਡ ਅਬਵ। ਇਹਦੇ ਵਾਸਤੇ ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਨੇ। ਇਸ ਤੋਂ ਇਲਾਵਾ ਐਗਜ਼ਾਮਪਲਸ ਔਰ ਸਾਖੀਆਂ ਵੀ ਹੈਗੀਆਂ। ਅੱਜ ਮੈਂ ਤੁਹਾਡੇ ਨਾਲ ਭਗਤ ਨਾਮਦੇਵ ਜੀ ਦੀ ਇੱਕ ਸਾਖੀ ਸ਼ੇਅਰ ਕਰਾਂਗਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1165 ਅੰਗ ਦੇ ਉੱਤੇ ਹੈ। ਔਰ ਜਦ ਅਸੀਂ ਉਸ ਸਾਖੀ ਨੂੰ ਧਿਆਨ ਨਾਲ ਵਾਚੀਏ ਤੇ ਨਕਲੀ ਫਰਜ਼ੀ ਗਲੋਬ ਮਾਡਲ ਬਰਸਟ ਹੋ ਜਾਂਦਾ ਹੈ। ਔਰ ਉਹ ਕਿਸ ਤਰ੍ਹਾਂ ਹੁੰਦਾ ਹੈ? ਉਹ ਸ਼ਬਦ ਸ਼ੁਰੂਆਤ ਹੁੰਦਾ ਹੈ ਇਸ ਪ੍ਰਕਾਰ, ਸੁਲਤਾਨ ਪੁੱਛੈ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ, बिस्मिल गऊ देहो जीवाए, नातर गर्दन मारो ठाए। फिर भगत नामदेव जी जवाब विच कहंदे ने, बादशाह ऐसी क्यों होए, बिस्मिल किया ना जीवे कोए। इस शब्द ਵਿੱਚ ਕੀ ਹੁੰਦਾ ਹੈ? ਜਿਹੜੇ ਉਸ ਸਮੇਂ ਦਾ ਸੁਲਤਾਨ ਹੁੰਦਾ ਹੈ ਉਹ ਭਗਤ ਨਾਮਦੇਵ ਜੀ ਨੂੰ ਫੜ ਲੈਂਦਾ ਹੈ, ਕਿਉਂਕਿ ਨਾਮਦੇਵ ਜੀ ਦੀ ਉਸ ਟਾਈਮ ਚਰਚਾ ਬਹੁਤ ਹੁੰਦੀ ਸੀ, ਕਿਉਂਕਿ ਉਹ ਬਹੁਤ ਮੰਨੇ ਪ੍ਰਮੰਨੇ ਭਗਤ ਸਨ, ਪਰਮੇਸ਼ਰ ਦੇ ਭਗਤ ਜਿਨ੍ਹਾਂ ਦੇ ਕੋਲ ਚਮਤਕਾਰੀ ਸ਼ਕਤੀਆਂ ਵੀ ਮੰਨੀਆਂ ਗਈਆਂ ਸਨ। ਤਾਂ ਹੋਇਆ ਕਿ ਬਾਦਸ਼ਾਹ ਨੇ ਉਹਨਾਂ ਨੂੰ ਪਕੜ ਕੇ ਜੰਜੀਰਾਂ ਵਿੱਚ ਬੰਨ੍ਹ ਦਿੱਤਾ ਔਰ ਕਿਹਾ, ਨਾਮਦੇਵ ਮੈਂ ਦੇਖਣਾ ਚਾਹੁੰਦਾ ਆ ਤੇਰੇ ਪਰਮੇਸ਼ਰ ਦੀ ਕੀ ਕਰਤੂਤ ਆ, ਕੌਣ ਹੈ ਤੇਰਾ ਪਰਮੇਸ਼ਰ ਜੋ ਤੈਨੂੰ ਸ਼ਕਤੀ ਦਿੰਦਾ ਆ। ਤਾਂ ਭਗਤ ਨਾਮਦੇਵ ਜੀ ਨੂੰ ਬੰਨ੍ਹ ਦਿੱਤਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ, ਇਹ ਗਾਂ ਮਰੀ ਪਈ ਹੈ, ਇਸ ਮਰੀ ਹੋਈ ਗਾਂ ਨੂੰ ਜੀਵਾਲ ਦੇ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਬਾਦਸ਼ਾਹ ਐਸੀ ਕਿਉਂ ਹੋਏ, ਇਸ ਪ੍ਰਕਾਰ ਕਿਵੇਂ ਹੋ ਸਕਦਾ ਹੈ ਬਾਦਸ਼ਾਹ, ਬਿਸਮਿਲ ਕੀਆ ਨਾ ਜੀਵੇ ਕੋਏ, ਜੋ ਇੱਕ ਵਾਰੀ ਮਰ ਗਿਆ ਉਸ ਨੂੰ ਕਿਵੇਂ ਜਿਵਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਭਗਤ ਨਾਮਦੇਵ ਜੀ ਕਹਿੰਦੇ ਨੇ, ਜੇ ਜੀਵਾਲਣਾ ਵੀ ਹੋਇਆ ਤੇ ਜੀਵਾਲਣ ਦਾ ਕੰਮ ਤਾਂ ਰੱਬ ਦਾ ਹੈ, ਇਹ ਮੇਰਾ ਕੰਮ ਥੋੜੀ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। मतलब कि जो राम जी करते हैं, परमेश्वर जी करते हैं, वो होंगे ने, मेरा किया था कुछ भी नहीं हो सकता। तो इस तरह बादशाह ने नामदेव जी को कुछ समय का मोहलत दे देती है कि नामदेव तेरे को इन्ना टाइम है, 8 घड़ी जिन्ना टाइम हैगा, तो तू इन्ने विच गां नूं जीवाल दे, नहीं तो तैनूं मार दिता जाऊगा। तो इस प्रकार भगत नामदेव जी परमेश्वर दे भरोसा रखते सीगे, उन्होंने परमेश्वर दे गुण गाने ही शुरू कर दिते। पाओ बेड़ी हाथों ताल, नामा गावे गुण गोपाल। यानी कि नामदेव जी तो गोपाल यानी धरती ਨੂੰ ਪਾਲਣ ਵਾਲੇ ਪਰਮੇਸ਼ਰ ਦੇ ਹੀ ਗੁਣ ਗਾਉਂਦੇ ਰਹੇ, ਚਾਹੇ ਹੱਥਾਂ ਵਿੱਚ ਬੇੜੀਆਂ ਨੇ, ਪੈਰਾਂ ਵਿੱਚ ਬੇੜੀਆਂ ਨੇ, ਤੇ ਉਹਦੇ ਨਾਲ ਹੀ ਸਾਊਂਡ ਕਰਕੇ ਪਰਮੇਸ਼ਰ ਦੇ ਗੁਣ ਗਾਉਂਦੇ ਰਹੇ, ਕੀਰਤਨ ਕਰਦੇ ਰਹੇ। तो इस तरह की होया, काफ़ी देर तक तो परमेश्वर जी नहीं आए। तो ਉਹਦੇ ਵਿੱਚ ਲਿਖਿਆ ਹੋਇਆ, 7 ਘੜੀ जब बीती सुनी, अजहू ना आयो त्रिभुवन धनी। यानी त्रिभुवन तीनों भवनां ਦੇ ਮਾਲਿਕ ਪਰਮੇਸ਼ਰ ਜੀ ਅਜੇ ਤੱਕ ਨਹੀਂ ਆਏ, 7 ਘੜੀਆਂ ਬੀਤ ਗਈਆਂ। ਫਿਰ ਕੀ ਹੋਇਆ? ਜਿਵੇਂ ਹੀ ਫੁਰਨਾ ਭਗਤ ਨਾਮਦੇਵ ਜੀ ਦੇ ਮਨ ਵਿੱਚ ਆਇਆ, ਪਾਖੰਡਤਨ ਬਾਜ ਬਜਾਇਲਾ, ਪਾਖੰਡਤਨ ਬਾਜ ਬਜਾਇਲਾ, ਗਰੁੜ ਚੜੇ ਗੋਬਿੰਦ ਆਇਲਾ। ਕਿ ਗੋਬਿੰਦ ਯਾਨੀ ਧਰਤੀ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਆ ਗਏ ਤੇ ਆ ਕੇ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਕੀ ਕਿਹਾ, ਹੇ ਭਗਤ ਨਾਮਦੇਵ, ਤੈਨੂੰ ਇਹ ਲੋਕੀ ਬੜਾ ਸਤਾ ਰਹੇ ਨੇ, ਤੈਨੂੰ ਪਰੇਸ਼ਾਨ ਕਰ ਰਹੇ ਨੇ, ਹੁਣ ਮੈਂ ਆ ਗਿਆ, ਤੂੰ ਦੱਸ ਕਿ ਕੀ ਕਰਨਾ ਹੈਗਾ। ਤਾਂ ਭਗਤ ਜੀ ਨੂੰ ਆਪਸ਼ਨਸ ਦਿੰਦੇ ਨੇ ਪਰਮੇਸ਼ਰ ਜੀ। ਦੇਖੋ ਕਿੰਨੀ ਕਮਾਲ ਦੀ ਗੱਲ ਹੈ, ਭਗਤ ਦੀ ਰੱਖਿਆ ਵਾਸਤੇ ਪਰਮੇਸ਼ਰ ਜੀ ਆਏ ਨੇ ਤੇ ਭਗਤ ਨੂੰ ਆਪਸ਼ਨਸ ਦੇ ਰਹੇ ਨੇ ਕਿ ਜਿਸ ਤਰ੍ਹਾਂ ਤੂੰ ਕਹੇਗਾ ਮੈਂ ਉਸ ਤਰ੍ਹਾਂ ਕਰ ਦਾਂਗਾ। ਗੁਰੂ ਜੀ ਨੇ ਵੀ ਕਿਹਾ ਹੈ ਨਾ ਕਿ ਜੋ ਗੁਰੂ ਜੀ ਦੇ ਹੁਕਮਾਂ ਨੂੰ ਕਮਾਉਂਦਾ ਆ ਤਾਂ ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾकुर पे सेवक तत्काल हो आवे। इसी तरह रहनी रहे सोई सिख मेरा, ओ साहिब मैं उसका चेहरा। तो इस प्रकार परमेश्वर जी अपने भगतां दे कारज सवारदे ने। तो ऑप्शनस की दित्तियां गईयां, कहे तां धरण इकोडी करो, कहे तां लेकर ऊपर तरो, कहे ता मोए गऊ देव जवाए, सब कोई देखे पति आए। तो पहली ऑप्शन की दी गई कि अगर तू कहे ना भगत नामदेव तो मैं धरती नूं टेढ़ी कर देवां, टेढ़ी, और अगर कहें तो लेकर ऊपर धरो तो धरती दे उत्ते पा देवां, मतलब धरती नूं पुट्ठी कर देवां। और तीजी ऑप्शन दी गई कि अगर तू कहेगा तो फिर गऊ नूं ही जिवाल दांगे, सब कोई देखे पति आए, सारे देख के खुश हो जाएंगे कि भगत नामदेव जी भगती सच्ची है, तो भगत नामदेव जी जो है वो परमेश्वर नाल जुड़िया होया है, तो इस प्रकार तैनूं कोई तंग भी नहीं करूगा। भगत नामदेव जी ने परमेश्वर नूं कहा, इन्ना क्यों आपां नूं धरती नूं पुट्ठी सीधी करना, आपां गऊ नूं ही जवा दईए, इन्हां दा काम सर जूगा। परमेश्वर जी भगत दी रखिया वास्ते उस गऊ नूं जीवाल देंदे ने, और जब गऊ जीवाल देंदी है तो उस तो बाद सारे लोग मन जाते हैं कि भगत नामदेव जी सच्चे भगत ने। और जिहड़ा बादशाह हुंदा है वो भी
ਭਗਤ ਜੀ ਦੇ ਚਰਨਾਂ ਵਿੱਚ ਆ ਕੇ ਪੈਂਦਾ ਹੈ ਤੇ ਭਗਤ ਜੀ ਉਹਨੂੰ ਵੀ ਸਿੱਖਿਆ ਦਿੰਦੇ ਨੇ। ਫਿਰ ਜਿਹੜੀ ਨਾਮਦੇਵ ਜੀ ਦੀ ਕੀਰਤ ਹੈ ਉਹ ਸਾਰੇ ਸੰਸਾਰ ਵਿੱਚ ਹੁਣ ਤੱਕ ਅਸੀਂ ਸਾਰੇ ਭਗਤ ਨਾਮਦੇਵ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਭਗਤੀ ਨੂੰ ਸੋਰਸ ਆਫ ਇਨਸਪੀਰੇਸ਼ਨ ਮੰਨਦੇ ਆ ਤਾਂ ਕਿ ਅਸੀਂ ਵੀ ਕਿਸੇ ਤਰ੍ਹਾਂ ਪਰਮੇਸ਼ਰ ਨਾਲ ਜੁੜ ਸਕੀਏ। ਤਾਂ ਇਸ ਸਾਖੀ ਵਿੱਚ ਗਲੋਬ ਅਰਥ ਮਾਡਲ ਕਿਸ ਤਰ੍ਹਾਂ ਬਰਸਟ ਹੁੰਦਾ ਹੈ ਉਹ ਸਮਝਣ ਵਾਸਤੇ ਸਾਨੂੰ ਇਹ ਦੇਖਣਾ ਪਏਗਾ ਕਿ ਪਰਮੇਸ਼ਰ ਜੀ ਕਹਿੰਦੇ ਨੇ ਕਹੇ ਤਾਂ ਧਰਨ ਇਕੋਡੀ ਕਰੋ, ਯਾਨੀ ਮੈਂ ਧਰਤੀ ਨੂੰ ਟੇਢੀ ਕਰ ਦੇਵਾਂ। ਹੁਣ ਦੱਸੋ ਇਹਦੇ ਵਿੱਚ ਟੇਢੀ ਕੀ ਹੋਏਗਾ? ਤਾਂ ਆਲਰੇਡੀ ਟੇਢੀ ਆ, ਜਿਹੜਾ ਅਰਥ ਆ ਉਹਨੂੰ ਤਾਂ ਆਲਰੇਡੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਐਕਸਿਸ ਦੇ ਉੱਤੇ ਟਿਲਟਡ ਹੈਗਾ, ਤਾਂ ਉਹ ਤਾਂ ਆਲਰੇਡੀ ਟੇਢਾ ਹੈਗਾ। ਫਿਰ ਅਗਲੀ ਗੱਲ ਜੋ ਹੈ, ਅਗਰ ਟੇਢੀ ਕਰ ਵੀ ਦਿੱਤੀ ਤੇ ਇਹਦੇ ਵਿੱਚ ਨੁਕਸਾਨ ਕਿੱਦਾਂ ਹੋਏਗਾ? ਉਹਦੇ ਨਾਲ ਚੇਂਜ ਕੀ ਹੋਣ ਵਾਲਾ ਹੈਗਾ? ਕਿਉਂਕਿ ਉਹ ਤਾਂ ਆਲਰੇਡੀ ਹੀ ਸਪਿਨ ਕਰਦੀ ਪਈ ਹੈ, ਘੁੰਮਦੀ ਪਈ ਹੈ, ਰਨ ਕਰਦੀ ਪਈ ਹੈ ਅਕੋਰਡਿੰਗ ਟੂ ਦਾ ਫਰਜ਼ੀ ਸਾਇੰਸ। ਤੇ ਉਸ ਤੋਂ ਇਲਾਵਾ ਫਿਰ ਕਹਿੰਦੇ ਆ ਲੇਕਰ ਉੱਪਰ ਤਰੋ, ਜੇ ਮੈਂ ਉੱਪਰ ਤਰਦਾ ਤਾਂ ਫਿਰ ਕੀ ਹੋ ਜਾਏਗਾ? ਕਿਉਂਕਿ ਇੱਥੇ ਵੀ ਲੋਕੀ ਰਹਿੰਦੇ ਨੇ ਅਕੋਰਡਿੰਗ ਟੂ ਜਿਹੜੇ ਸਾਇੰਸ ਹੈਗੀ, ਤੇ ਇੱਥੇ ਵੀ ਰਹਿੰਦੇ ਨੇ। ਜਿਹੜੇ ਲੋਕੀ ਇੱਥੇ ਰਹਿੰਦੇ ਨੇ ਉਹ ਉੱਪਰ ਨੂੰ ਖੜੇ ਨੇ, ਇੱਧਰ ਵਾਲੇ ਥੱਲੇ ਨੂੰ ਖੜੇ ਨੇ, ਯਾਨੀ ਕਿ ਚਾਹੇ ਇੱਥੇ ਕੋਈ ਹੋਵੇ ਚਾਹੇ ਇੱਥੇ ਕੋਈ ਹੋਵੇ, ਸਾਰਾ ਕੁਝ ਸਿੱਧਾ ਹੀ ਹੈ। ਤੇ ਜਦ ਇਹਨੂੰ ਘੁਮਾਓਗੇ ਤੇ ਫਿਰ ਪੁੱਠਾ ਤੇ ਸਿੱਧਾ ਕੀ ਹੋਏਗਾ? ਇਹਦੀ ਰੈਲੇਵੈਂਸ ਕੀ ਬਣੀ? देयर इज नो रेलेवेंस टू दिस मॉडल बिकॉज दिस मॉडल इज फेक। इस तरह की धरती साड़ी है ही नहीं, ये सानू गलत पढ़ाया गया है स्कूलों में। और सही मॉडल किस तरह का हो सकता है, उसकी रिजेंबलेंस किस तरह की है, हुण मैं तुहानू दिखाउंदा हां। तुसीं देख सकते हो अगर धरती इस प्रकार की होवे तो फिर की हो सकता है। ਜਿਹੜੇ ਲੋਕੀ ਇੱਥੇ ਰਹਿ ਰਹੇ ਨੇ ਆਪਣੇ ਆਪਣੇ ਦੇਸ਼ਾਂ ਵਿੱਚ, ਆਪਣੀ ਆਪਣੀ ਜਗ੍ਹਾ ਤੇ, ਜਦ ਪਰਮੇਸ਼ਰ ਜੀ ਆਏ ਉਹਨਾਂ ਨੇ ਕਿਹਾ ਕਹੇ ਤਾਂ ਧਰਨ ਇਕੋਡੀ ਕਰੋ, ਜੇ ਤਾਂ ਮੈਂ ਧਰਤੀ ਨੂੰ ਟੇਢੀ ਕਰ ਦੇਵਾਂ ਫਿਰ ਲੋਕਾਂ ਨੂੰ ਪਤਾ ਲੱਗ ਜਾਏਗਾ ਭਗਤ ਨਾਮਦੇਵ ਜੀ ਨੂੰ ਤੰਗ ਕਿਉਂ ਨਹੀਂ ਕਰਨਾ ਚਾਹੀਦਾ। ਤੇ ਜੇ ਲੇਕਰ ਉੱਪਰ ਧਰੋਂ, ਜੇ ਮੈਂ ਪੁੱਠੀ ਕਰ ਦੇਵਾਂ ਲੇਕਰ ਉੱਪਰ ਧਰੋਂ ਤੇ ਫਿਰ ਕੀ ਹੋਏਗਾ? ਉਹ ਰਾਜੇ ਦੀ ਮੌਤ ਹੋ ਜਾਏਗੀ, ਬਾਦਸ਼ਾਹ ਦੀ ਮੌਤ ਹੋ ਜਾਏਗੀ। ਤਾਂ ਭਗਤ ਨਾਮਦੇਵ ਜੀ ਨੇ ਕਿਹਾ ਨਹੀਂ ਪਰਮੇਸ਼ਰ ਜੀ, ਆਪਾਂ ਕਿਉਂ ਇਹਨੂੰ ਟੇਢੀ ਪੁੱਠੀ ਕਰਨੀ, ਤੁਸੀਂ ਗਊ ਨੂੰ ਹੀ ਜੀਵਾਲ ਦਿਓ। तो इस प्रकार गऊ ਨੂੰ ਜੀਵਾਲ ਦਿੱਤਾ ਗਿਆ ਤੇ ਭਗਤ ਨਾਮਦੇਵ ਜੀ ਦੀ ਕੀਰਤ ਸਾਰੇ ਸੰਸਾਰ ਵਿੱਚ ਰਹੀ। तो दिस मॉडल इज़ मोर एक्यूरेट ਕੰਪੇਅਰਡ ਟੂ ਜਿਹੜਾ ਫਰਜ਼ੀ ਗਲੋਬ ਮਾਡਲ ਦਿਖਾਇਆ ਜਾਂਦਾ ਹੈ। ਹੁਣ ਕਈ ਸਾਰੇ ਫੇਸਬੁੱਕ ਵਿਦਵਾਨਾਂ ਨੂੰ ਲੱਗੇਗਾ ਕਿ ਮੈਂ ਗੁਰਬਾਣੀ ਦੀ ਸਾਖੀ ਦੇ ਜਾਂ ਸ਼ਬਦਾਂ ਤੇ ਗਲਤ ਅਰਥ ਕੀਤੇ ਨੇ, ਤੇ ਮੈਂ ਆਪ ਜੀ ਨੂੰ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਕਥਾ ਦੀ ਰਿਕਾਰਡਿੰਗ ਅਟੈਚ ਕਰ ਰਹੇ ਹਾਂ। ਤੁਸੀਂ ਸੁਣ ਸਕਦੇ ਹੋ, ਉਹਨਾਂ ਨੇ ਵੀ ਬਿਲਕੁਲ ਸੇਮ ਅਰਥ ਹੀ ਕੀਤੇ ਨੇ। ਕਹੈ ਤਾ ਧਰਨ ਏਕੋਡੀ ਕਰੋ। ਉਸ ਵੇਲੇ ਅੰਤਰਜਾਮੀ ਨੇ ਪ੍ਰਤੱਖ ਹੋ ਕੇ ਕਿਹਾ ਕਿਹੇ ਨਾਮਦੇਵ, ਜੇ ਤੂੰ ਕਹੇ ਤਾਂ ਧਰਤੀ ਟੇਢੀ ਕਰ ਦਈਏ ਬਾਦਸ਼ਾਹ ਦੀ ਰਾਜ ਵਾਲੀ ਸਾਰੀ। ਕਹੈ ਤਾ ਲੈ ਕਰ ਉੱਪਰ ਜੇ ਧਰੋ। ਕਹੇ ਤਾਂ ਨਾਮਦੇਵ ਇਹਦੇ ਸਿਰ ਦੇ ਉੱਤੇ ਲੈ ਕੇ ਰੱਖਦਿਆਂ ਧਰਤੀ ਥੱਲੇ ਹੀ ਗਰ ਕਰਕੇ ਇਸ ਬਾਦਸ਼ਾਹ ਨੂੰ ਮਾਰਦਿਆਂ ਮੈਂ। ਕਹੈ ਤਾ ਲੈ ਕਰ ਉੱਪਰ ਧਰੋ। ਜੇ ਕਹੇ ਤਾਂ ਤਲੇ ਦੇ ਜਿਹੜੇ ਉੱਤੇ ਕਰਦਿਆਂ ਤੇ ਉਤਲਿਆਂ ਨੂੰ ਹੇਠ ਕਰਦਿਆਂ ਮੂਧੇ ਕਰਦਿਆਂ, ਤੇ ਜੇ ਤਾਂ ਟੇਢੀ ਧਰਤੀ ਕਰਦਿਆਂ। ਕਹੈ ਤਾ ਮੂਈ ਗਊ ਦਿਓ ਜੀ ਆਏ। ਕਹੀਂ ਤਾਂ ਤੇਰਾ ਸਮਝਿਤ ਕਿਸੇ ਨੂੰ ਤੂੰ ਦੁੱਖ ਨਹੀਂ ਦੇਣਾ ਚਾਹੁੰਦਾ, ਜੇ ਇੰਨਾ ਹੀ ਚਾਹੀਦਾ ਮੂਈ ਗਊ ਹੀ ਮੈਂ ਜਿਉਂਦੀ ਕਰਦਿਆਂ। ਸਭ ਕੋਈ ਦੇਖੈ ਪਤੀਆ। ਕਹਿੰਦੇ ਸਭ ਕੋਈ ਦੇਖ ਲਵੇ ਇਹ ਪ੍ਰਤਿਆਵਾ ਦਾ ਕਿ ਮਹਾਰਾਜ ਨੇ ਮੂਈ ਗਊ ਨਾਮਦੇਵ ਦੀ ਜਿਉਂਦੀ ਕਰ ਦਿੱਤੀ। ਇਹ ਸਾਰਿਆਂ ਨੂੰ ਭਰੋਸਾ ਆ ਜਾਵੇ, ਅਜਮਾਇਸ਼ ਕਰ ਲੈਣ। ਨਾਮਾ ਪਰਨਵੈ ਸੇਲ ਮਸੇਲ। ਨਾਮਦੇਵ ਕਿਆ ਮਾਰਾ ਕੀ ਪਾਤਸ਼ਾਹ ਦੇ ਸਿਰ ਤੇ ਧਰਤੀ ਰੱਖਣੀ ਹੈ, ਕੀ ਟੇਢੀ ਕਰਨੀ ਹੈ, ਕੀ ਥੱਲੇ ਦੇ ਲੋਕਾਂ ਨੂੰ ਮੂਧੇ ਕਰਨਾ ਹੈ, ਉਤਲਿਆਂ ਨੂੰ ਹੇਠ ਕਰਨਾ ਹੈ। ਇਉਂ ਹੀ ਕਰੋ, ਇਹ ਮੂਈ ਗਊ ਹੀ ਜਿਉਂਦੀ ਕਰ ਦਿਓ। ਇਸ ਪ੍ਰਕਾਰ ਮਹਾਰਾਜ ਉਸੇ ਵਕਤ ਨਾਮਦੇਵ ਦੀ ਇਹ ਬੇਨਤੀ ਨੂੰ ਸੁਣ ਕੇ ਮੂਈ ਗਊ ਜਿਉਂਦੀ ਕਰ ਦਿੱਤੀ। ਤੁਸੀਂ ਆਪ ਸੋਚੋ, ਅਗਰ ਧਰਤੀ ਇਸ ਪ੍ਰਕਾਰ ਦੀ ਗੇਂਦ ਹੈ ਤਾਂ ਇਹਦੇ ਵਿੱਚ ਪੁੱਠਾ ਸਿੱਧਾ ਟੇਢਾ ਕੀ ਹੋਏਗਾ? ਮੈਂ ਤੁਹਾਨੂੰ ਕੁਝ ਸਕਰੀਨ ਤੇ ਫੋਟੋਜ਼ ਦਿਖਾ ਰਿਹਾ ਹਾਂ ਜੋ ਕਿ ਦਿਖਾਉਂਦੀ ਹੈ ਕਿ ਕਿੰਨੀ ਐਬਸਰਡ ਹੈ। ਅੱਜ ਕੱਲ੍ਹ ਦੀ ਸਾਇੰਸ ਕਿੰਨੀ ਸ਼ੁਦਾਈਆਂ ਵਾਲੀ ਗੱਲ ਕਰਦੀ ਹੈ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਸਾਰੀ ਬਿਲਡਿੰਗਸ ਪੁੱਠੀਆਂ ਹੋ ਸਕਦੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਲੋਕੀ ਇੱਥੇ ਵੀ ਖੜੇ ਨੇ ਸਿੱਧਾ, ਤੇ ਇੱਥੇ ਵੀ ਲੋਕੀ ਥੱਲੇ ਸਿੱਧਾ ਖੜੇ ਹੋਏ ਨੇ, ਮਤਲਬ ਥੱਲੇ ਵੀ ਲੋਕੀ ਸਿੱਧਾ ਖੜੇ ਨੇ, ਇੱਥੇ ਵੀ ਥੱਲੇ ਸਿੱਧਾ ਖੜੇ ਆ, ਇੱਥੇ ਵੀ ਸਿੱਧਾ ਖੜੇ ਆ। ਇਸ ਤਰ੍ਹਾਂ ਹੋ ਸਕਦਾ ਹੈ ਕਿ ਬਿਲਕੁਲ ਵੀ ਨਹੀਂ ਹੋ ਸਕਦਾ। ਇਹ ਤਾਂ ਓਬਵੀਅਸਲੀ ਜੇ ਕੋਈ ਇੱਥੇ ਖੜਾ ਹੈ ਤਾਂ ਪੁੱਠਾ ਹੀ ਖੜਾ ਹੋਏਗਾ। ਔਰ ਨਾਲੇ ਤੁਸੀਂ ਆਪ ਸੋਚੋ ਕਿ ਗੇਂਦ ਦੇ ਨਾਲ ਪਾਣੀ ਕਿੱਦਾਂ ਚਿਪਕ ਸਕਦਾ ਹੈ? ਕਦੀ ਗੇਂਦ ਨਾਲ ਪਾਣੀ ਚਿਪਕ ਸਕਦਾ ਹੈ? ਕੋਈ ਵੀ ਤੁਸੀਂ ਗੇਂਦ ਦੇਖੋ, ਉਹਨੂੰ ਘੁਮਾ ਕੇ ਦੇਖੋ, ਤੇ ਕਦੀ ਉਸ 'ਤੇ ਪਾਣੀ ਚਿਪਕਦਾ ਹੈ? ਨਹੀਂ ਚਿਪਕ ਸਕਦਾ, ਕਿਉਂਕਿ ਪੋਸੀਬਲ ਹੀ ਨਹੀਂ ਹੈ। ਪਾਣੀ ਨੂੰ ਰਹਿਣ ਵਾਸਤੇ ਇੱਕ ਕੰਟੇਨਰ ਦੀ ਲੋੜ ਹੈ, ਕੰਟੇਨਰ ਵਿੱਚ ਪਾਣੀ ਟਿਕਦਾ ਹੈ, ਨਾ ਕਿ ਗੇਂਦ ਦੇ ਉੱਤੇ। ਸੋ ਦਿਸ ਇਜ਼ ਅ ਬਲੈਟੈਂਟ ਲਾਈ, ਦਿਸ ਇਜ਼ ਸਿਊਡੋ ਸਾਇੰਸ। ਇਹ ਸਾਇੰਸ ਦੇ ਵਿੱਚ ਮਿਲਾਵਟ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਔਰ ਜਿਸ ਚੀਜ਼ ਦਾ ਕੋਈ ਜਵਾਬ ਨਾ ਹੋਵੇ
ਤੇ ਉਹ ਕਹਿ ਦਿੰਦੇ ਨੇ ਕਿ ਗ੍ਰੈਵਿਟੀ ਨੇ। ਗ੍ਰੈਵਿਟੀ ਇਜ਼ ਐਨ ਇਮੈਜਿਨਰੀ ਫੋਰਸ that keeps all this water sticking to this ball and gravity is not proven, it is only theory। ਸਿਰਫ ਇੱਕ ਥਿਉਰੀ ਹੈ ਜਿਸ ਦੇ ਉੱਤੇ ਇਹ ਸਾਰੇ ਗਲੋਬ ਮਾਡਲ ਦੇ ਝੂਠ ਟਿਕੇ ਹੋਏ ਨੇ। ਕਈ ਲੋਕੀ ਪੁੱਛ ਲੈਂਦੇ ਨੇ ਕਿ ਅਗਰ ਗ੍ਰੈਵਿਟੀ ਨਹੀਂ ਹੈ ਤੇ ਆਪਾਂ ਕਿਸ ਤਰ੍ਹਾਂ ਧਰਤੀ ਤੇ ਰਹਿ ਸਕਦੇ ਹਾਂ। ਇਟ ਇਜ਼ ਵੈਰੀ ਸਿੰਪਲ, ਇਟ ਇਜ਼ ਅ ਨੈਚੁਰਲ ਪ੍ਰਿੰਸੀਪਲ ਆਫ ਡੈਂਸਿਟੀ ਐਂਡ ਬੋਇੰਸੀ। ਜਿਹੜੀ ਚੀਜ਼ ਦੀ ਡੈਂਸਿਟੀ ਮੀਡੀਅਮ ਨਾਲੋਂ ਵੱਧ ਹੈ ਉਹ ਥੱਲੇ ਆਂਦੀ ਹੈ, ਔਰ ਜਿਸ ਚੀਜ਼ ਦੀ ਡੈਂਸਿਟੀ ਮੀਡੀਅਮ ਨਾਲੋਂ ਘੱਟ ਹੈ ਉਹ ਉੱਤੇ ਨੂੰ ਜਾਂਦੀ ਹੈ। ਦਿਸ ਇਜ਼ ਅ ਨੈਚੁਰਲ ਪ੍ਰਿੰਸੀਪਲ ਆਫ ਡੈਂਸਿਟੀ। ਇਹਦੇ ਵਿੱਚ ਗ੍ਰੈਵਿਟੀ ਦੀ ਕੋਈ ਵੀ ਲੋੜ ਹੈ ਹੀ ਨਹੀਂ। ਸੋ ਦਿਸ ਇਜ਼ ਫੇਕ ਐਂਡ ਦਿਸ ਮਾਡਲ ਮੇਕਸ ਮਚ ਮੋਰ ਸੈਂਸ, ਮਚ ਮੋਰ ਸੈਂਸ। ਸੋ ਹੁਣ ਸਮਾਂ ਆ ਚੁੱਕਿਆ ਹੈ ਕਿ ਸਿੱਖ ਪੰਥ ਜਾਗੇ ਔਰ ਸਹੀ ਚੀਜ਼ ਨੂੰ ਪੜ੍ਹਨਾ ਸ਼ੁਰੂ ਕਰੇ, ਸਹੀ ਸਾਇੰਸ ਨੂੰ ਪੜ੍ਹੇ ਜੋ ਗੁਰਬਾਣੀ ਦੇ ਅਕੋਰਡਿੰਗ ਸਹੀ ਹੈ, ਕਿਉਂਕਿ ਸਾਰੀ ਸਾਇੰਸ ਜੋ ਪੜ੍ਹਾਈ ਜਾ ਰਹੀ ਹੈ ਉਹ ਸਹੀ ਨਹੀਂ ਹੈ, ਉਹਦੇ ਵਿੱਚ ਮਿਲਾਵਟਾਂ ਕੀਤੀਆਂ ਨੇ। ਐਂਡ ਵੈਨ ਵੀ ਚੈੱਕ ਦੈਟ ਔਨ ਦ ਕਸਵੱਟੀ ਆਫ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਗਲਤ ਨਿਕਲਦੀਆਂ ਨੇ। ਐਂਡ ਇਟਸ ਵੈਰੀ ਇੰਪੋਰਟੈਂਟ ਕਿ ਸਿੱਖ ਜਗਤ ਹੁਣ ਜਾਗ ਜਾਵੇ ਔਰ ਆਪਣੇ ਐਜੂਕੇਸ਼ਨ ਸਿਸਟਮ ਨੂੰ ਰਿਫਾਰਮ ਕਰੇ ਔਰ ਇਸ ਚੀਜ਼ ਨੂੰ ਅੰਡਰਸਟੈਂਡ ਕਰੇ। ਸਾਰੀ ਦੁਨੀਆ ਦੀ ਸਰਕਾਰਾਂ, ਸਪੇਸ ਏਜੰਸੀਜ਼ ਔਰ ਵੱਡੇ ਵੱਡੇ ਜਿਹੜੇ ਆਰਗੇਨਾਈਜੇਸ਼ਨਸ ਨੇ, ਦੇ ਵਰਕ together to fool people. So that's why it's my request to all of you, let's start learning real science। और भगत नामदेव जी ने जिस प्रकार भगती भावना इस साखी विचों सानू दर्शाई, उस तरह की भगती भावना साडे अंदर भी पैदा होए, असी वाहिगुरू जी नू मिल सकीए, नाम दा अभ्यास निरंतर कर सकीए। वाहिगुरू जी का खालसा, वाहिगुरू जी की फतेह।